ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇੰਟੀਗ੍ਰੇਸ਼ਨ ਦਾ ਦੂਸਰਾ ਮੈਥਡ ਇੰਟੀਗ੍ਰੇਸ਼ਨ ਬਾय ਪਾਰਟਸ। ਫਸਟ ਮੈਥਡ ਅਸੀਂ ਇੰਟੀਗ੍ਰੇਸ਼ਨ ਬਾय ਸਬਸਟੀਟਿਊਸ਼ਨ ਕੰਪਲੀਟ ਕਰ ਲਿਆ। ਸੈਕੰਡ ਮੈਥਡ ਹੈ ਇੰਟੀਗ੍ਰੇਸ਼ਨ ਬਾय ਪਾਰਟਸ। ਇਹ ਮੈਥਡ ਕਦੋਂ ਲੱਗੇਗਾ? ਜਦੋਂ ਸਾਡੇ ਕੋਲੇ ਦੋ ਫੰਕਸ਼ਨਸ ਦਾ ਪ੍ਰੋਡਕਟ ਦਿੱਤਾ ਹੋ। ਜਿਵੇਂ ਇੱਥੇ ਤੁਹਾਨੂੰ ਨਜ਼ਰ ਆ ਰਿਹਾ u and v are two functions of x, then uv dx, यानी इंटीग्रेशन ऑफ uv with respect to x किस तरह फाइंड होएगा? u ਨੂੰ ਅਸੀਂ ਛੱਡ ਦੇਣਾ ਹੈ, v ਦਾ ਇੰਟੀਗ੍ਰੇਸ਼ਨ ਕਰ ਦੇਣਾ with respect to x ਮਾਈਨਸ u ਦਾ ਡਿਫਰੈਂਸ਼ੀਏਸ਼ਨ ਯਾਨੀ ਡੈਰੀਵੇਟਿਵ ਆਫ u with respect to x ਐਂਡ ਇੰਟੀਗਰਲ ਆਫ v with respect to x ਜਿਹੜਾ ਅਸੀਂ ਇੱਥੇ ਫਾਈਂਡ ਕੀਤਾ। ਦੋਹਾਂ ਦੇ ਪ੍ਰੋਡਕਟ ਦਾ ਫਿਰ ਅਸੀਂ with respect to x ਇੰਟੀਗ੍ਰੇਸ਼ਨ ਕਰਨਾ। ਯਾਨੀ ਕੀ ਹੈ ਵੀ ਜੇ ਸਾਡੇ ਕੋਲੇ ਦੋ ਫੰਕਸ਼ਨ ਨੇ, ਇੱਕ ਫਸਟ ਤੇ ਇੱਕ ਸੈਕੰਡ, ਅਸੀਂ ਕੀ ਕਰਨਾ? ਫਸਟ ਫੰਕਸ਼ਨ ਨੂੰ ਛੱਡਤਾ, ਸੈਕੰਡ ਦਾ ਇੰਟੀਗ੍ਰੇਸ਼ਨ, ਫਿਰ ਮਾਈਨਸ ਫਸਟ ਦਾ ਡਿਫਰੈਂਸ਼ੀਏਸ਼ਨ ਤੇ ਸੈਕੰਡ ਦੇ ਇੰਟੀਗ੍ਰੇਸ਼ਨ ਦੇ ਪ੍ਰੋਡਕਟ ਦਾ ਫਿਰ ਅਸੀਂ ਦੁਬਾਰਾ ਤੋਂ ਇੰਟੀਗ੍ਰੇਸ਼ਨ ਕਰਨਾ ਵਿਦ ਰਿਸਪੈਕਟ ਟੂ x। ਠੀਕ ਹੈ ਕਿ ਆਹੀ ਚੀਜ਼ ਇੱਥੇ ਲਿਖੀ ਹੋਈ ਹੈ। ਹੁਣ ਇਹਨੂੰ ਕਰਨ ਤੋਂ ਪਹਿਲਾਂ ਸਾਨੂੰ ਡਿਸਾਈਡ ਕਰਨਾ ਪਏਗਾ ਵੀ ਦੋ ਫੰਕਸ਼ਨਸ ਨੇ ਸਾਡੇ ਕੋਲੇ u ਤੇ v, ਅਸੀਂ ਕਿਹੜੇ ਫੰਕਸ਼ਨ ਨੂੰ u ਲਈਏ, ਕਿਹੜੇ ਫੰਕਸ਼ਨ ਨੂੰ v ਲਈਏ। ਉਹਦੇ ਲਈ ਸਾਡੇ ਕੋਲੇ ਇੱਕ ਪ੍ਰਾਇਰਟੀ ਟੇਬਲ ਹੈ ਜਿਹਨੂੰ ਅਸੀਂ ਸ਼ਾਰਟ ਦੇ ਵਿੱਚ ਇਲੇਟ ਕਹਿੰਦੇ ਹਾਂ, ILATE। I ਦਾ ਮਤਲਬ ਹੈ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ, ਯਾਨੀ ਸਾਈਨ ਇਨਵਰਸ x, ਕੋਸ ਇਨਵਰਸ x, ਟੈਨ ਇਨਵਰਸ x। ਇਹਦੀ ਪ੍ਰਾਇਰਟੀ ਸਭ ਤੋਂ ਵੱਧ ਹੈ। ਠੀਕ ਹੈ ਨਾ। ਦੂਜੇ ਨੰਬਰ ਤੇ ਪ੍ਰਾਇਰਟੀ ਜਿਹੜੀ ਹੈਗੀ ਹੈ ਉਹ ਹੈਗੀ ਹੈ L, ਯਾਨੀ ਲੋਗਰਿਥਮਿਕ ਫੰਕਸ਼ਨ, log x ਵਾਲੇ ਫੰਕਸ਼ਨ, log ਵਾਲੇ ਫੰਕਸ਼ਨ। ਥਰਡ ਨੰਬਰ ਤੇ ਸਾਡੇ ਕੋਲੇ ਆਉਂਦਾ ਅਲਜੈਬਰਿਕ ਫੰਕਸ਼ਨ। ਇਹਦੇ 'ਚ x ਦੀਆਂ ਪਾਵਰਸ ਦੀ ਫਾਰਮ ਦੇ ਵਿੱਚ ਇੱਦਾਂ ਦੇ ਜਿਹੜੇ ਫੰਕਸ਼ਨ ਹਨ ਅਸੀਂ ਅਲਜੈਬਰਿਕ ਫੰਕਸ਼ਨਸ ਕਹਿੰਦੇ। ਠੀਕ ਹੈ ਨਾ। ਫਿਰ ਫੋਰਥ ਨੰਬਰ ਤੇ ਸਾਡੇ ਕੋਲੇ ਹੈਗਾ ਟ੍ਰਿਗਨੋਮੈਟ੍ਰਿਕ ਫੰਕਸ਼ਨ, ਸਾਈਨ x, cos x, tan x, sec x ਵਗੈਰਾ। ਫਿਰ ਤੇ ਲਾਸਟ ਦੇ ਵਿੱਚ ਹੈਗਾ ਸਾਡੇ ਕੋਲੇ ਐਕਸਪੋਨੈਂਸ਼ੀਅਲ ਫੰਕਸ਼ਨ, ਯਾਨੀ e ਦੀਆਂ ਪਾਵਰਸ ਦੀ ਫਾਰਮ ਦੇ ਵਿੱਚ ਜਿਹੜੇ ਫੰਕਸ਼ਨ ਹੁੰਦੇ ਆ ਇਹਨਾਂ ਨੂੰ ਅਸੀਂ ਐਕਸਪੋਨੈਂਸ਼ੀਅਲ ਫੰਕਸ਼ਨ। ਇਹਦੀ ਪ੍ਰਾਇਰਟੀ ਸਭ ਤੋਂ ਵੱਧ, ਉਸ ਤੋਂ ਘੱਟ ਇਹਦੀ, ਉਸ ਤੋਂ ਘੱਟ ਇਹਦੀ, ਉਸ ਤੋਂ ਘੱਟ ਇਹਦੀ ਤੇ ਸਭ ਤੋਂ ਘੱਟ ਐਕਸਪੋਨੈਂਸ਼ੀਅਲ ਫੰਕਸ਼ਨ ਦੀ ਪ੍ਰਾਇਰਟੀ ਹੁੰਦੀ ਹੈ। ਹੁਣ ਅਸੀਂ ਜਿਹੜੇ ਸਾਨੂੰ ਦੋ ਫੰਕਸ਼ਨ ਦਿੱਤੇ ਹੋਣਗੇ ਉਹਨਾਂ ਨੂੰ ਚੈੱਕ ਕਰਨਾ ਵੀ ਉਹ ਕਿਹੜੇ ਫੰਕਸ਼ਨਸ ਨੇ, ਤੇ ਜਿਹਦੀ ਪ੍ਰਾਇਰਟੀ ਜ਼ਿਆਦਾ ਹੋਏਗੀ ਉਹਨੂੰ ਅਸੀਂ u ਲਵਾਂਗੇ, ਜਿਹਦੀ ਪ੍ਰਾਇਰਟੀ ਘੱਟ ਹੋਏਗੀ ਉਹਨੂੰ ਅਸੀਂ v ਲਵਾਂਗੇ। ਜਿਵੇਂ ਸਪੋਜ਼ ਸਾਡੇ ਕੋਲੇ ਦੋ ਫੰਕਸ਼ਨ ਨੇ, ਇੱਕ ਲੋਗਰਿਥਮਿਕ ਫੰਕਸ਼ਨ ਹੈ, ਇੱਕ ਅਲਜੈਬਰਿਕ ਫੰਕਸ਼ਨ ਹੈ, ਤਾਂ ਅਸੀਂ ਲੋਗਰਿਥਮਿਕ ਫੰਕਸ਼ਨ ਨੂੰ u ਲਵਾਂਗੇ ਜਿਹਦੀ ਪ੍ਰਾਇਰਟੀ ਜ਼ਿਆਦਾ ਹੈ, ਤੇ ਜਿਹਦੀ ਪ੍ਰਾਇਰਟੀ ਘੱਟ ਹੈ ਅਲਜੈਬਰਿਕ ਫੰਕਸ਼ਨ ਨੂੰ ਅਸੀਂ v ਲੈ ਲਾਂਗੇ। ਹੁਣ ਇਸੇ ਤਰ੍ਹਾਂ ਮੰਨ ਲਓ ਸਾਨੂੰ ਇੱਕ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਦਿੱਤਾ ਹੈ, ਇੱਕ ਸਾਨੂੰ ਐਕਸਪੋਨੈਂਸ਼ੀਅਲ ਫੰਕਸ਼ਨ ਦਿੱਤਾ ਹੈ, ਤਾਂ ਅਸੀਂ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਨੂੰ u ਲਵਾਂਗੇ ਤੇ ਐਕਸਪੋਨੈਂਸ਼ੀਅਲ ਫੰਕਸ਼ਨ ਨੂੰ v ਲਵਾਂਗੇ। ਯਾਨੀ ਜਿਹਦੀ ਪ੍ਰਾਇਰਟੀ ਜ਼ਿਆਦਾ ਹੋਏਗੀ ਉਹਨੂੰ ਅਸੀਂ u ਲਵਾਂਗੇ, ਜਿਹਦੀ ਪ੍ਰਾਇਰਟੀ ਘੱਟ ਹੋਏਗੀ ਉਹਨੂੰ ਅਸੀਂ v ਲਵਾਂਗੇ। ਇਸ ਤਰੀਕੇ ਨਾਲ ਅਸੀਂ ਲੈਣ ਤੋਂ ਬਾਅਦ ਫਿਰ ਉਹਨਾਂ ਨੂੰ ਇਸ ਮੈਥਡ ਨਾਲ ਅਸੀਂ ਇੰਟੀਗ੍ਰੇਟ ਕਰਾਂਗੇ ਤਾਂ ਸਾਡਾ ਜਿਹੜਾ ਹੈਗਾ ਆਨਸਰ ਆਏਗਾ। ਆਓ ਆਪਾਂ ਇਹਦੇ ਨਾਲ ਰਿਲੇਟਡ ਕੁਝ ਐਗਜ਼ਾਮਪਲਸ ਕਰਦੇ ਹਾਂ ਤਾਂ ਕਿ ਸਾਨੂੰ ਜਿਹੜੀ ਗੱਲ ਹੈ ਚੰਗੀ ਤਰੀਕੇ ਨਾਲ ਕਲੀਅਰ ਹੋ ਜਾਏ। ਇਹਦੇ 'ਚ ਫਸਟ ਐਗਜ਼ਾਮਪਲ ਹੈ ਸਾਡੇ ਕੋਲ ਐਗਜ਼ਾਮਪਲ 87। ਇਵੈਲੂਏਟ ਫਸਟ ਪਾਰਟ ਹੈ x sin 3x। ਹੁਣ ਇਹ 'ਚ ਦੇਖੋ ਇੱਕ ਤਾਂ x ਹੈ, ਇੱਕ sin 3x ਹੈ। x ਕੀ ਹੈ? ਅਲਜੈਬਰਿਕ ਫੰਕਸ਼ਨ, ਤੇ sin 3x ਕੀ ਹੈ? ਟ੍ਰਿਗਨੋਮੈਟ੍ਰਿਕ ਫੰਕਸ਼ਨ। ਤਾਂ ਇਹਦੇ 'ਚ ਅਲਜੈਬਰਿਕ ਫੰਕਸ਼ਨ ਦੀ ਪ੍ਰਾਇਰਟੀ ਜ਼ਿਆਦਾ ਹੈ, ILA ਆਉਂਦਾ ਪਹਿਲਾਂ, ਫਿਰ T ਆਉਂਦਾ। ਠੀਕ ਹੈ ਨਾ। ਤਾਂ ਇਹ ਅਲਜੈਬਰਿਕ ਫੰਕਸ਼ਨ ਦੀ ਜਿਹੜੀ ਪ੍ਰਾਇਰਟੀ ਜ਼ਿਆਦਾ ਹੈ ਤਾਂ ਅਸੀਂ x ਨੂੰ u ਲਵਾਂਗੇ। ਤਾਂ ਅਸੀਂ ਕੀ ਕਰਾਂਗੇ? ਟੇਕ u equals to x and v equals to sin 3x। ਤਾਂ ਸਾਡੇ ਕੋਲ ਇਹਦੀ ਵੈਲਿਊ ਕਿੱਦਾਂ ਫਾਈਂਡ ਹੋਏਗੀ? ਇਹ u ਨੂੰ ਅਸੀਂ ਛੱਡਤਾ, ਇੰਟੀਗ੍ਰੇਸ਼ਨ ਆਫ v, ਫਿਰ ਮਾਈਨਸ ਡਿਫਰੈਂਸ਼ੀਏਸ਼ਨ ਆਫ u ਐਂਡ ਇੰਟੀਗ੍ਰੇਸ਼ਨ ਆਫ v ਦਾ ਫਿਰ ਇੰਟੀਗ੍ਰੇਸ਼ਨ ਕਰਨਾ। ਠੀਕ ਹੈ ਨਾ। ਤਾਂ x ਐਵੇਂ ਜਿਵੇਂ ਇਹਦਾ ਇੰਟੀਗ੍ਰੇਸ਼ਨ sin 3x ਦਾ ਇੰਟੀਗ੍ਰੇਸ਼ਨ ਕੀ ਹੁੰਦਾ? ਮਾਈਨਸ cos 3x/3 ਮਾਈਨਸ x ਦਾ ਡੈਰੀਵੇਟਿਵ 1 ਹੋ ਜਾਏਗਾ, ਤੇ ਇਹਦਾ ਇੰਟੀਗਰਲ ਆ ਹੁਣੇ ਕੀਤਾ, ਇਹੀ ਚੀਜ਼ ਇੱਥੇ ਦੁਬਾਰਾ ਲਿਖ ਲੈਣੀ ਸੀ। ਇੰਟੀਗਰਲ ਅਸੀਂ ਇੱਥੇ ਕਰਕੇ ਆ ਨਾ v ਦਾ, ਉਹੀ ਇੱਥੇ s ਦੀ ਵੈਲਿਊ ਫਿਰ ਉਹੀ ਲਿਖੀ ਜਾਏਗੀ ਜਿਹੜੀ ਉੱਥੇ ਲਿਖਦੇ ਹਾਂ। ਇਹਦੇ 'ਚੋਂ ਆ ਤਾਂ ਹੋ ਗਿਆ ਕੰਮ, ਆ ਤਾਂ 1/3x cos 3x ਹੋ ਗਿਆ, ਮਾਈਨਸ ਸਾਈਨ ਆ ਗਿਆ ਨਾਲ। ਇੱਥੇ ਕੀ ਹੋਏਗਾ? ਮਾਈਨਸ ਸਾਈਨ ਬਾਹਰ ਆ ਗਿਆ, ਪਲੱਸ ਹੋ ਗਿਆ, ਤੇ 1/3 ਇਹ ਵੀ ਬਾਹਰ ਆ ਗਿਆ। ਅੰਦਰ ਕੀ ਬਚਿਆ? cos 3x, ਤੇ cos 3x ਦਾ ਇੰਟੀਗ੍ਰੇਸ਼ਨ ਅਸੀਂ ਲਿਖਾਂਗੇ ਕਰਾਂਗੇ ਤਾਂ ਕੀ ਆਏਗਾ? sin 3x/3 ਜਾਂ 1/3 sin 3x।
ठीक है ना। इन्हां नूं सॉल्व कर लेना असीं माइनस आ तो सॉल्व जी तो कुछ नहीं करना -1/3 cos 3x इन्हां दा मल्टीप्लाई करता 1/9 sin 3x प्लस सी साडा आंसर आ जाएगा। ਇਹਦਾ ਸੈਕੰਡ ਪਾਰਟ i ਇਕੁਅਲਸ ਟੂ x sec ਸਕੁਆਇਰ x dx। ਇਹਦੇ 'ਚ ਵੀ ਤੁਸੀਂ ਦੇਖੋ ਅਲਜੈਬਰਿਕ ਫੰਕਸ਼ਨ ਹੈ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ, ਤੇ ਇਹਦੇ 'ਚ ਅਲਜੈਬਰਿਕ ਫੰਕਸ਼ਨ ਦੀ ਪ੍ਰਾਇੋਰਟੀ ਜ਼ਿਆਦਾ ਹੈ ਤੇ ਅਸੀਂ u ਇਕੁਅਲਸ ਟੂ ਜਾਂ ਫਸਟ ਫੰਕਸ਼ਨ ਜਿਹੜਾ ਅਸੀਂ ਉਹ x ਨੂੰ ਲਵਾਂਗੇ ਤੇ ਸੈਕੰਡ ਫੰਕਸ਼ਨ ਹੈ ਜਿਹੜਾ ਉਹ sec ਸਕੁਆਇਰ x ਨੂੰ ਲਵਾਂਗੇ। ਤਾਂ ਇਹਦਾ ਇੰਟੀਗ੍ਰੇਸ਼ਨ ਕੀ ਹੋਏਗਾ, u ਨੂੰ ਛੱਡਤਾ v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ ਇਨਟੂ v ਦਾ ਇੰਟੀਗ੍ਰੇਸ਼ਨ ਦਾ ਫਿਰ ਇੰਟੀਗ੍ਰੇਸ਼ਨ। ਤਾਂ x ਨੂੰ ਛੱਡਤਾ sec ਸਕੁਆਇਰ x ਦਾ ਇੰਟੀਗ੍ਰੇਸ਼ਨ tan x ਹੁੰਦਾ ਮਾਈਨਸ x ਦਾ ਡਿਫਰੈਂਸ਼ੀਏਸ਼ਨ t 1 ਹੋ ਜਾਏਗਾ ਤੇ sec ਸਕੁਆਇਰ x ਦਾ ਹੁਣੇ ਕੀਤਾ ਆਪਾਂ ਇੰਟੀਗ੍ਰੇਸ਼ਨ tan x। ਠੀਕ ਹੈ, ਹੁਣ tan x ਦਾ ਫਿਰ ਅਸੀਂ ਇੰਟੀਗ੍ਰੇਸ਼ਨ ਕਰਾਂਗੇ, ਇਹ ਹੁੰਦਾ ਮਾਈਨਸ log cos x ਮਾਈਨਸ ਮਾਈਨਸ ਪਲੱਸ ਹੋ ਜਾਏਗਾ ਤੇ ਸਾਡਾ ਆਨਸਰ ਆ ਜਾਏਗਾ। ਨੈਕਸਟ ਹੈਗਾ ਸਾਡੇ ਕੋਲੇ x log x। ਹੁਣ ਇਲੇਟ ਦੇ ਵਿੱਚ l ਦੀ ਫਿਰ log ਦੀ ਜਿਹੜੀ ਹੈਗੀ ਹੈ x ਨਾਲੋਂ ਇਲੇਟ ਅਸੀਂ ਉੱਤੇ ਕੀਤਾ ਸੀ ਨਾ ਪ੍ਰਾਇੋਰਟੀ ਟੇਬਲ, ਕੀ ਸੀਗਾ ਉਹ ILATE ਤੇ ਅਸੀਂ ਖਿਆਲ ਕਰਨਾ ਲੋਗਰਿਥਮਿਕ ਫੰਕਸ਼ਨ ਦੀ ਪ੍ਰਾਇੋਰਟੀ ਅਲਜੈਬਰਿਕ ਫੰਕਸ਼ਨ ਨਾਲੋਂ ਜ਼ਿਆਦਾ ਹੈ ਤੇ ਅਸੀਂ ਹੁਣ ਇੱਥੇ log x ਨੂੰ u ਲਵਾਂਗੇ ਤੇ v ਜਿਹੜਾ ਹੈਗਾ ਉਹ x ਨੂੰ ਲਵਾਂਗੇ। ਤਾਂ ਕੀ ਹੋਏਗਾ, u ਨੂੰ ਛੱਡਤਾ v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ ਇਨਟੂ v ਦਾ ਇੰਟੀਗ੍ਰੇਸ਼ਨ dx। ਠੀਕ ਹੈ ਨਾ। ਤਾਂ log x ਦਾ ਇੰਟੀਗ੍ਰੇਸ਼ਨ ਕੀ ਹੋਏਗਾ x²/2 ਮਾਈਨਸ log x ਦਾ ਡੈਰੀਵੇਟਿਵ ਹੋਏਗਾ 1/x ਤੇ x ਦਾ ਇੰਟੀਗ੍ਰੇਸ਼ਨ ਹੁਣੇ ਕੀਤਾ x²/2 ਆ ਇੱਕ x ਐਸ x² ਨਾਲੋਂ ਕੱਟਿਆ ਜਾਊਗਾ, ਇੱਥੇ ਬਚੂਗਾ x/2 1/2 ਨੂੰ ਅਸੀਂ ਬਾਹਰ ਕੱਢ ਲਿਆ ਤੇ x ਦਾ ਇੰਟੀਗ੍ਰੇਸ਼ਨ ਕਰਤਾ x²/2 ਇਹਨਾਂ ਨੂੰ ਮਲਟੀਪਲਾਈ ਕਰਤਾ ਹੋ ਗਿਆ -x²/4 ਆ ਤਾਂ ਉਵੇਂ ਜਿਵੇਂ ਇੱਥੇ ਇੱਕ ਵਾਰੀ ਕਰਤਾ ਜਦੋਂ ਇੰਟੀਗ੍ਰੇਸ਼ਨ ਸਾਰਾ ਜਿਵੇਂ ਵਾਪਸ ਹੇਠਾਂ ਤੱਕ ਆਏਗਾ ਪਲੱਸ c ਇਹ ਸਾਡਾ ਆਨਸਰ ਹੈ। ਠੀਕ ਹੈ, ਨੈਕਸਟ ਹੈਗਾ x sin ਸਕੁਆਇਰ x dx। ਇਹਦੇ 'ਚ ਵੀ ਕੀ ਹੈ ਅਲਜੈਬਰਿਕ ਫੰਕਸ਼ਨ ਹੈ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ। ਤਾਂ ਅਲਜੈਬਰਿਕ ਫੰਕਸ਼ਨ ਦੀ ਪ੍ਰਾਇੋਰਟੀ ਇਹਦੇ ਨਾਲ ਜ਼ਿਆਦਾ ਹੁੰਦੀ ਹੈ, ਪਰ ਇਹਦੇ ਤੋਂ ਪਹਿਲਾਂ ਸਾਨੂੰ ਪਤਾ ਹੈ ਵੀ ਇਹਨੂੰ ਅਸੀਂ ਇੰਟੀਗ੍ਰੇਟ ਕਰਨਾ sin ਸਕੁਆਇਰ x ਨੂੰ, ਤਾਂ sin ਸਕੁਆਇਰ x ਦਾ ਇੰਟੀਗ੍ਰੇਸ਼ਨ ਸਿੱਧਾ ਤਾਂ ਹੁੰਦਾ ਨਹੀਂ, ਇਸ ਤਰੀਕੇ ਨਾਲ ਅਸੀਂ ਇਹਨੂੰ cos 'ਚ ਬਦਲਦੇ ਹੁੰਦੇ ਸ਼ੁਰੂ ਤੋਂ ਕਰਦੇ ਆਏ 1 - cos 2x/2 ਲਿਖਾਂਗੇ। ਠੀਕ ਹੈ ਨਾ, ਫਿਰ x ਨੂੰ ਅੰਦਰ ਮਲਟੀਪਲਾਈ 1/2 ਨੂੰ ਬਾਹਰ ਕੱਢ ਲਿਆ, x ਨੂੰ ਅੰਦਰ ਮਲਟੀਪਲਾਈ ਕਰਿਆ 1 ਇਹ ਹੋ ਜਾਏਗਾ x × 1 x ਹੋ ਜਾਏਗਾ ਤੇ 1/2 x ਦਾ ਇਹਦੇ ਨਾਲ ਬੜੀ ਮਲਟੀਪਲਾਈ ਹੋ ਜਾਏਗਾ x cos 2x dx ਹੋ ਜਾਏਗਾ। ਠੀਕ ਹੈ ਨਾ, ਇਹਦਾ ਤਾਂ ਇੰਟੀਗ੍ਰੇਸ਼ਨ ਅਸੀਂ ਸਿੱਧਾ ਹੀ ਕਰ ਲਾਂਗੇ x²/2 ਇਹ ਮਲਟੀਪਲਾਈ ਹੋ ਕੇ x²/4 ਹੋ ਗਿਆ। ਇਹਨੂੰ ਅਸੀਂ ਅਲੱਗ ਕਰ ਲਾਂਗੇ ਕਿਉਂਕਿ ਇਹਦਾ ਹੁਣ ਅਸੀਂ ਇੰਟੀਗ੍ਰੇਸ਼ਨ ਕਰਨਾ ਬਾਈ ਪਾਰਟਸ ਕਰਨਾ ਪਏਗਾ, ਤਾਂ ਇਹਨੂੰ ਅਸੀਂ I1 ਲਿਖ ਲਿਆ, ਤਾਂ I1 ਨੂੰ ਅਸੀਂ ਅਲੱਗ ਇੱਥੇ ਇੰਟੀਗ੍ਰੇਟ ਕਰ ਲਾਂਗੇ। ਇੱਥੇ ਕੀ ਹੈ ਹੁਣ ਆ ਸਾਡਾ ਅਲਜੈਬਰਿਕ ਫੰਕਸ਼ਨ ਹੈ, ਆ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ, ਤਾਂ ਅਸੀਂ ਅਲਜੈਬਰਿਕ ਫੰਕਸ਼ਨ ਨੂੰ ਇਹਦੇ ਵਿੱਚ ਕਿਉਂਕਿ ਉਹਦੀ ਪ੍ਰਾਇੋਰਟੀ ਦੇਖੀਏ ਅਲਜੈਬਰਿਕ ਫੰਕਸ਼ਨ ਦੀ ਟ੍ਰਿਗਨੋਮੈਟ੍ਰਿਕ ਫੰਕਸ਼ਨ ਨਾਲੋਂ ਜ਼ਿਆਦਾ ਹੁੰਦੀ ਹੈ, ਤਾਂ ਅਸੀਂ ਕੀ ਕਰਦੇ ਹਾਂ x ਨੂੰ ਉੱਥੇ u ਲਵਾਂਗੇ ਤੇ ਇਹਨੂੰ v ਲਵਾਂਗੇ। ਤਾਂ x ਇੰਟੀਗ੍ਰੇਸ਼ਨ ਆਫ v ਮਾਈਨਸ ਡੈਰੀਵੇਟਿਵ ਆਫ x ਡੈਰੀਵੇਟਿਵ ਆਫ u ਇਨਟੂ ਇੰਟੀਗਰਲ ਆਫ v dx। ਠੀਕ ਹੈ, ਤਾਂ ਇਹਦਾ ਡੈਰੀਵੇਟਿਵ ਆ ਤਾਂ ਹੋ ਗਿਆ, ਇਹਦਾ ਤਾਂ ਹੁਣ ਇੰਟੀਗ੍ਰੇਸ਼ਨ ਕਰ ਦਿਓ cos x ਦਾ ਇੰਟੀਗ੍ਰੇਸ਼ਨ ਹੋਏਗਾ sin cos 2x ਦਾ ਇੰਟੀਗ੍ਰੇਸ਼ਨ sin 2x/2 ਮਾਈਨਸ x ਦਾ ਡਿਫਰੈਂਸ਼ੀਏਸ਼ਨ 1 ਤੇ cos 2x ਦਾ ਇੰਟੀਗ੍ਰੇਸ਼ਨ ਹੁਣੇ ਕੀਤਾ ਹੀ 1/2 sin 2x ਹੈ ਨਾ, ਤੇ ਇਹਦੇ ਚੋਂ ਆ ਤਾਂ ਕੰਪਲੀਟ ਹੋ ਗਿਆ x ਇਨਟੂ sin 2x/2 ਆ ਜਾਊਗਾ ਤੇ ਮਾਈਨਸ ਇਹਨੂੰ ਹੁਣ ਅਸੀਂ ਕਰਦੇ ਹਾਂ 1/2 ਇਹਨੂੰ ਬਾਹਰ ਕੱਢ ਲਿਆ, ਇੱਥੇ ਬਚਿਆ sin 2x ਤੇ sin 2x ਦਾ ਇੰਟੀਗ੍ਰੇਸ਼ਨ ਕਰਿਆ -1/2 cos 2x ਹੋ ਜਾਏਗਾ। ਇਹਨਾਂ ਦਾ ਆਪਸ 'ਚ ਮਲਟੀਪਲੀਕੇਸ਼ਨ ਕਰਤਾ ਮਾਈਨਸ ਪਲੱਸ 1/4 cos 2x ਹੋ ਜਾਏਗਾ। I1 ਦੀ ਆ ਜਿਹੜੀ ਵੈਲਿਊ ਹੈ ਇਹ ਇਹਦੇ ਵਿੱਚ ਅਸੀਂ ਪੁੱਟ ਕਰ ਦੇਂਗੇ, ਸਾਡਾ ਆਨਸਰ ਆ ਜਾਏਗਾ। ਠੀਕ ਹੈ ਜੀ। ਇਸੇ ਤਰ੍ਹਾਂ ਨੈਕਸਟ ਐਗਜ਼ਾਮਪਲ ਸਾਡੇ ਕੋਲ ਐਗਜ਼ਾਮਪਲ 88 ਇਵੈਲੂਏਟ ਇੰਟੀਗਰਲ ਆਫ x ਸਕੁਆਇਰ sin x dx। ਇਹ 'ਚ ਹੋਣਾ ਅਲਜੈਬਰਿਕ ਫੰਕਸ਼ਨ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ। ਅਲਜੈਬਰਿਕ ਫੰਕਸ਼ਨ ਦੀ ਪ੍ਰਾਇੋਰਟੀ ਜ਼ਿਆਦਾ ਹੁੰਦੀ ਹੈ, ਇਸ ਕਰਕੇ u = ਅਸੀਂ x² ਲਵਾਂਗੇ ਤੇ v = sin x। ਤਾਂ ਕੀ ਹੁੰਦਾ u ਇਹਦਾ ਇੰਟੀਗ੍ਰੇਸ਼ਨ sin x ਦਾ ਇੰਟੀਗ੍ਰੇਸ਼ਨ ਹੁੰਦਾ -cos x, ਫਿਰ ਮਾਈਨਸ ਇਹਦਾ ਡੈਰੀਵੇਟਿਵ
2x हो जाएगा तो यदा इंटैग्रल माइनस कॉस एक्स dx। ठीक है, आ माइनस माइनस आ तो हो गया कम, माइनस आ गया एक्स स्क्वायर कॉस एक्स, ये तो एंड तक कहीं जाना। इनू करिए सॉल्व, माइनस माइनस प्लस हो जाएगा, 2 बाहर आ गया, एक्स कॉस एक्स हो गया। ये फिर हुण दो फंक्शन का मल्टीप्लीकेशन है, अलजैब्रिक फंक्शन तो ट्रिग्नोमैट्रिक फंक्शन। इत्थे फिर सानू इंटीग्रेशन बाय पार्ट्स करना पएगा। इनू असीं u ले लांगे, इनू v ले लांगे। ਇਹਦਾ इंटीग्रेशन की होएगा, 2 ਤਾਂ ਬਾਹਰ ਐਵੇਂ ਜਿਵੇਂ ਰੱਖ ਲਿਆ ਬ੍ਰੈਕਟ ਦੇ ਬਾਹਰ। ਇਹਦਾ इंटीग्रेशन की होएगा, x ਨੂੰ ਛੱਡਤਾ cos x ਦਾ इंटीग्रेशन sin x माइनस x ਦਾ डिफरेंशिएशन 1 cos x ਦਾ इंटीग्रेशन sin x ਦਾ इंटीग्रेशन dx है ना। ਤੇ ਆ ਤਾਂ ਹੋ ਗਿਆ ਕੰਮ, ਇਹਨੂੰ ਕਰ ਦਿਓ ਹੁਣ। ਇਹ ਹੈਗਾ sin x ਕੱਲਾ, sin x ਦਾ इंटीग्रेशन ਹੁੰਦਾ माइनस cos x, आ माइनस माइनस हो जाएगा प्लस cos x, 2 ना अंदर मल्टीप्लाई कर दो, 2x sin x हो जाएगा, 2 cos x हो जाएगा प्लस c। ये साडा आंसर। इस तरह वाला देखो नैक्सट का पार्ट, सैकेंड पार्ट एक्स स्क्वायर ई टू द पावर एक्स अलजैब्रिक फंक्शन तो एक्सपोनेंशियल फंक्शन। ये भी अलजैब्रिक फंक्शन की प्रायोरिटी जी ज़्यादा है, असीं u इक्वल्स टू एक्स स्क्वायर लवांगे तो v इक्वल्स टू आर ले लेंगे। ठीक है ना। फिर की करना होंगे, u ਨੂੰ ਛੱਡਤਾ, v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ, v ਦੇ ਇੰਟੀਗ੍ਰੇਸ਼ਨ ਦਾ ਇੰਟੀਗ੍ਰੇਸ਼ਨ। ਤਾਂ ਆਹ ਚੀਜ਼ ਤਾਂ ਇੱਥੇ ਹੁਣ ਅਸੀਂ ਕਰਕੇ ਆਏ ਨੇ, ਇਹ ਐਸੇ ਤਰ੍ਹਾਂ ਹੀ ਇੱਥੇ ਲਿਖ ਦੇਣੀ ਹੁੰਦੀ ਹੈ। ਇਹਦਾ ਡੈਰੀਵੇਟਿਵ ਲਿਖਣਾ ਹੁੰਦਾ, ਖਿਆਲ ਰੱਖਣਾ। ਬਸ ਹੁਣ ਇੱਥੇ ਆਮ ਕਰਕੇ ਆਪਾਂ ਇੱਥੇ ਕਨਫਿਊਜ਼ ਹੁੰਦੇ ਹਾਂ। ਜਦੋਂ ਅਸੀਂ ਆਹ ਲਿਖ ਲਿਆ u ਨੂੰ ਛੱਡਤਾ, v ਦਾ ਅਸੀਂ ਇੰਟੀਗ੍ਰੇਸ਼ਨ ਕਰਤਾ, ਇੱਥੇ ਹੁਣ ਕੀ ਲਿਖਣਾ, ਇਹਦਾ ਡੈਰੀਵੇਟਿਵ ਲਿਖਣਾ। ਆਹ ਚੀਜ਼ ਜਿਹੜਾ ਇੰਟੀਗ੍ਰੇਸ਼ਨ ਕਰੀ ਹੈ ਇਹ ਐਵੇਂ ਜਿਵੇਂ ਲਿਖ ਦੇਣੀ ਹੈ। ਬਸ ਇੱਥੇ ਖਿਆਲ ਰੱਖ ਲੈਣਾ ਬਸ ਥੋੜਾ ਜਿਹਾ। ठीक है ना। ये हम 2 बाहर कढ़ लो, आता हो गया इंटीग्रेशन से कुछ नहीं करना, एक्स स्क्वायर ई टू द पावर एक्स आ गया, 2 आ गया बाहर एक्स ई टू द पावर एक्स। ये फिर दो चीज़ों का प्रोडक्ट आ गया, दो फंक्शन का प्रोडक्ट। ये फिर असी u भी फार्मूला लवेंगे तो असी एक्स नू u लवेंगे, ई टू द पावर एक्स नू v लवेंगे। फिर उस तरीके एक्स छड्डता, ई टू द पावर एक्स का इंटीग्रेशन, फिर एक्स का डिफरेंशिएशन ई टू द पावर एक्स का इंटीग्रेशन ई टू द पावर एक्स ही होएगा। फिर यदा इंटीग्रेशन द्वारा हूँ इतने ई टू द पावर एक्स रह गया, वह इंटीग्रेशन ई टू द पावर एक्स ही हो जाएगा। सो आ हूँ जो 2 अंदर मल्टीप्लाई कर दो, चाहे इतने रख दो, आंसर साडा आ गया। ठीक है जी। नैक्सट है साडे कोले इवैल्यूएट इंटैग्रल ऑफ लॉग एक्स डी एक्स। ठीक है, लॉगरिथमिक फंक्शन कल्ला ही है, देखो ये होर कुछ नहीं है, मल्टीप्लाई हो रहा। ਤਾਂ ਇੱਕ ਜਦੋਂ ਵੀ ਸਾਡੇ ਕੋਲ ਇਕੱਲੇ ਲੋਗਰਿਥਮਿਕ ਫੰਕਸ਼ਨ ਦਾ ਇੰਟੀਗ੍ਰੇਸ਼ਨ ਆਏਗਾ, ਅਸੀਂ ਉਹਨੂੰ ਇਸ ਤਰੀਕੇ ਨਾਲ ਲਿਖਾਂਗੇ 1 into log x dx। ਇਹਦੇ 'ਚ ਜਿਹੜਾ 1 ਹੈ ਇਹ ਅਲਜੈਬਰਿਕ ਫੰਕਸ਼ਨ ਹੈ, x ਦੀ ਪਾਵਰ 0 1 ਹੁੰਦਾ ਹੈ ਨਾ, ਤੇ log x ਕੀ ਹੈ, ਲੋਗਰਿਥਮਿਕ ਫੰਕਸ਼ਨ ਹੈ। ਅਲਜੈਬਰਿਕ ਫੰਕਸ਼ਨ ਤੇ ਲੋਗਰਿਥਮਿਕ ਫੰਕਸ਼ਨ 'ਚੋਂ ਲੋਗਰਿਥਮਿਕ ਫੰਕਸ਼ਨ ਦੀ ਜਿਹੜੀ ਹੈ ਪ੍ਰਾਇਓਰਟੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਅਸੀਂ ਇਹਨੂੰ u ਲੈ ਲਿਆ ਤੇ 1 ਨੂੰ ਅਸੀਂ v ਲੈ। ਤਾਂ ਹੁਣ ਕੀ ਕਰਨਾ ਹੈ, u ਨੂੰ ਛੱਡਤਾ, v ਦਾ ਇੰਟੀਗ੍ਰੇਸ਼ਨ ਯਾਨੀ 1 ਦਾ ਇੰਟੀਗ੍ਰੇਸ਼ਨ x ਹੋ ਗਿਆ, ਮਾਈਨਸ log x ਦਾ ਡਿਫਰੈਂਸ਼ੀਏਸ਼ਨ 1/x ਤੇ 1 ਦਾ ਇੰਟੀਗ੍ਰੇਸ਼ਨ x ਜਿਹੜਾ ਅਸੀਂ ਹੁਣੇ ਕਰਕੇ ਇਹਨਾਂ ਦੇ ਵਿੱਚ x ਆਪਸ 'ਚ ਕੈਂਸਲ ਹੋ ਜਾਣਗੇ। ਇੱਥੇ ਕੀ ਬਚੇਗਾ, ਇਕੱਲਾ ਹੀ 1, ਤਾਂ 1 dx ਆ ਜਾਏਗਾ। ਤਾਂ x log x ਮਾਈਨਸ 1 ਦਾ ਇੰਟੀਗ੍ਰੇਸ਼ਨ ਆ ਜਾਏਗਾ x ਪਲੱਸ c। ਠੀਕ ਹੈ। ਇਸੇ ਤਰ੍ਹਾਂ ਦਾ ਸੈਕੰਡ ਪਾਰਟ ਵਿੱਚ ਵੀ ਦੇਖੋ ਇਕੱਲਾ ਲੋਗਰਿਥਮਿਕ ਫੰਕਸ਼ਨ ਹੈ, ਇਹਨੂੰ ਅਸੀਂ 1 ਡਾਟ log x ਦਾ ਸਕੁਆਇਰ dx ਲਿਖਾਂਗੇ। ਤਾਂ 1 ਉਸੇ ਤਰ੍ਹਾਂ ਅਲਜੈਬਰਿਕ ਫੰਕਸ਼ਨ ਹੈ, ਆ ਲੋਗਰਿਥਮਿਕ ਫੰਕਸ਼ਨ ਹੈ, ਤੇ ਅਸੀਂ ਇਹਨੂੰ u ਲੈ ਲਿਆ ਤੇ 1 ਨੂੰ v ਲੈ ਲਿਆ। ਤਾਂ ਕੀ ਕਰਨਾ ਹੈ, u ਨੂੰ ਛੱਡਤਾ, v ਦਾ ਇੰਟੀਗ੍ਰੇਸ਼ਨ 1 ਦਾ ਇੰਟੀਗ੍ਰੇਸ਼ਨ x ਆ ਗਿਆ, ਮਾਈਨਸ log x ਸਕੁਆਇਰ ਦਾ ਡਿਫਰੈਂਸ਼ੀਏਸ਼ਨ ਕਿਵੇਂ ਆਏਗਾ, ਪਹਿਲਾਂ ਤਾਂ 2 ਅੱਗੇ ਆ ਜਾਏਗਾ, 2 log x, ਫਿਰ log x ਦਾ ਡਿਫਰੈਂਸ਼ੀਏਸ਼ਨ 1/x dx, x ਆ ਜਾਊਗਾ ਤੇ dx ਆ ਜਾਊਗਾ। x ਆਪਸ 'ਚ ਕੈਂਸਲ ਹੋ ਜਾਣਗੇ। ਇੱਥੇ ਕੀ ਬਚੂਗਾ, 2 log x, 2 log x 'ਚ 2 ਕੱਢ ਲਿਆ ਬਾਹਰ, ਅੰਦਰ ਰੱਖ ਲਿਆ log x dx। ਠੀਕ ਹੈ ਨਾ, ਇਹਨੂੰ ਇਸੇ ਤਰ੍ਹਾਂ ਹੀ ਲਈ ਜਾਂਦੇ ਸੀ। ਹੁਣ log x ਦਾ ਇੰਟੀਗ੍ਰੇਸ਼ਨ ਕਰਨ ਵਾਸਤੇ ਫਿਰ ਆਹੀ ਮੈਥਡ ਅਪਲਾਈ ਕਰਾਂਗੇ ਅਸੀਂ, ਇਹਨੂੰ ਲਿਖਾਂਗੇ ਦੁਬਾਰਾ ਤੋਂ 1 ਡਾਟ log x dx। ਉਸੇ ਤਰ੍ਹਾਂ 1 ਨੂੰ ਅਸੀਂ v ਲੈ ਲਾਂਗੇ, log x ਨੂੰ v ਲੈ ਲਾਂਗੇ ਤੇ ਸੋਲਵ ਕਰਾਂਗੇ ਜਿਵੇਂ ਪਿਛਲੇ ਐਗਜ਼ਾਮਪਲ 'ਚ ਕੀਤਾ ਸੀਗਾ। ਸਾਰਾ ਉਸੇ ਤਰੀਕੇ ਨਾਲ ਦੇਖੋ, log x ਛੱਡਤਾ, 1 ਦਾ ਇੰਟੀਗ੍ਰੇਸ਼ਨ ਮਾਈਨਸ log x ਦਾ ਡਿਫਰੈਂਸ਼ੀਏਸ਼ਨ, 1 ਦਾ ਇੰਟੀਗ੍ਰੇਸ਼ਨ ਕੱਟ ਕੇ 1 ਆ ਗਿਆ, ਇਹਦੀ ਜਿਹੜੀ ਇੰਟੀਗ੍ਰੇਸ਼ਨ ਇਸ ਤਰੀਕੇ ਨਾਲ ਆ ਗਈ। ਇਹੀ ਸਾਡਾ ਆਨਸਰ ਹੈ। ਠੀਕ ਹੈ ਜੀ।
ਸੋ ਲੌਗ ਵਾਲੇ ਫੰਕਸ਼ਨ ਨੂੰ ਖਿਆਲ ਰੱਖੋ ਹਮੇਸ਼ਾ, ਜਦੋਂ ਵੀ ਇਕੱਲਾ ਸਾਡੇ ਕੋਲ ਇਕੱਲਾ ਲੋਗਰਿਥਮਿਕ ਫੰਕਸ਼ਨ ਆਏਗਾ ਉਹਨੂੰ ਅਸੀਂ ਹਰ ਵਾਰੀ ਇਸੇ ਤਰੀਕੇ ਨਾਲ 1 ਡਾਟ ਪਾ ਕੇ ਲਿਖਾਂਗੇ ਤੇ ਫਿਰ ਉਹਦਾ ਇੰਟੀਗ੍ਰੇਸ਼ਨ ਕਰਾਂਗੇ। ਠੀਕ ਹੈ ਨਾ, ਬਹੁਤ ਇੰਪੋਰਟੈਂਟ ਗੱਲ ਹੈ ਇਹ, ਇਹਨੂੰ ਹਮੇਸ਼ਾ ਯਾਦ ਰੱਖਣਾ। ਨੈਕਸਟ ਸਾਡੇ ਕੋਲ ਐਗਜ਼ਾਮਪਲ 90, ਇਵੈਲੂਏਟ ਇੰਟੀਗਰਲ ਆਫ ਸਾਈਨ ਇਨਵਰਸ ਐਕਸ ਡੀ ਐਕਸ। ਆ ਹੈਗਾ tan ਇਨਵਰਸ ਐਕਸ ਡੀ ਐਕਸ, ਆ ਹੈਗਾ sec ਇਨਵਰਸ ਐਕਸ ਡੀ ਐਕਸ, ਯਾਨੀ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਇਕੱਲੇ ਹੀ ਹੋਣ, ਇਹਨਾਂ ਦੇ ਨਾਲ ਕੁਝ ਨਾ ਹੋਵੇ, ਤਾਂ ਇਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਕਰਨਾ। ਤਾਂ ਇਹਨਾਂ ਨੂੰ ਕਰਨ ਵਾਸਤੇ ਦੇਖੋ ਅਸੀਂ ਕੀ ਕਰਾਂਗੇ, ਸਾਈਨ ਇਨਵਰਸ ਐਕਸ ਨੂੰ ਅਸੀਂ ਲੈ ਲਾਂਗੇ t। ਹੁਣ ਸਾਈਨ ਨੂੰ ਉੱਧਰ ਲੈ ਜਾਓ ਤਾਂ x ਇਕੁਅਲਸ ਟੂ ਸਾਈਨ ਟੀ ਹੋ ਜਾਏਗਾ, x ਇਕੁਅਲਸ ਟੂ ਸਾਈਨ ਟੀ। ਡਿਫਰੈਂਸ਼ੀਏਟ ਕਰਾਂਗੇ ਤਾਂ dx ਇਕੁਅਲਸ ਟੂ ਸਾਈਨ ਟੀ ਦਾ ਡਿਫਰੈਂਸ਼ੀਏਸ਼ਨ cos t dt ਹੋ ਜਾਏਗਾ। ਠੀਕ ਹੈ ਨਾ, ਹੁਣ dx ਦੀ ਥਾਂ ਤੇ ਅਸੀਂ ਪੁੱਟ ਕਰ ਦਾਂਗੇ cos t dt ਤੇ ਸਾਈਨ ਇਨਵਰਸ x ਦੀ ਥਾਂ ਤੇ ਪੁੱਟ ਕਰ ਦਾਂਗੇ t। ਤਾਂ ਸਾਈਨ ਇਨਵਰਸ x ਦੀ ਥਾਂ ਤੇ t ਤੇ dx ਦੀ ਥਾਂ ਤੇ cos t dt। ਹੁਣ ਇਹ t ਤੇ cos t ਦਾ ਪ੍ਰੋਡਕਟ ਆ ਗਿਆ ਹੈ ਨਾ, ਯਾਨੀ ਐਲਜੈਬਰਿਕ ਫੰਕਸ਼ਨ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਦਾ ਪ੍ਰੋਡਕਟ ਆ ਗਿਆ। ਤਾਂ ਅਸੀਂ ਇਹਨੂੰ ਹੁਣ ਇੰਟੀਗ੍ਰੇਸ਼ਨ ਬਾਏ ਪਾਰਟਸ ਵਾਲੇ ਮੈਥਡ ਨਾਲ ਕਰਾਂਗੇ। ਠੀਕ ਹੈ, ਤਾਂ ਅਸੀਂ ਐਲਜੈਬਰਿਕ ਫੰਕਸ਼ਨ t ਨੂੰ ਅਸੀਂ u ਲੈ ਲਾਂਗੇ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਨੂੰ v ਲੈ ਲਾਂਗੇ ਕਿਉਂਕਿ ਇਹਦੀ ਵੈਰਾਈਟੀ ਜ਼ਿਆਦਾ ਹੈ। ਤਾਂ ਹੁਣ ਅਸੀਂ ਕੀ ਕਰਨਾ, t ਛੱਡਤਾ, cos t ਦਾ ਇੰਟੀਗ੍ਰੇਸ਼ਨ sin t ਮਾਈਨਸ t ਦਾ ਡਿਫਰੈਂਸ਼ੀਏਸ਼ਨ 1 cos t ਦਾ ਇੰਟੀਗ੍ਰੇਸ਼ਨ sin t ਦਾ ਫਿਰ ਇੰਟੀਗ੍ਰੇਸ਼ਨ। ਹੁਣ ਇੱਥੇ sin t ਬਣਿਆ 1 into sin t ਹੋ ਗਿਆ, sin t ਦਾ ਇੰਟੀਗ੍ਰੇਸ਼ਨ ਮਾਈਨਸ cos t ਮਾਈਨਸ ਮਾਈਨਸ ਪਲੱਸ ਹੋ ਜਾਏਗਾ ਤੇ ਹੋ ਗਿਆ t sin t ਪਲੱਸ cos t ਪਲੱਸ c ਆ ਗਿਆ। ਹੁਣ ਇਹਦੇ 'ਚ ਅਸੀਂ ਇੱਥੇ ਛੱਡਣਾ ਨਹੀਂ ਕਿਉਂਕਿ ਇਹ ਜਿਹੜਾ t ਇਹਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਇਹ ਅਸੀਂ ਆਪਦੇ ਕੋਲੋਂ ਲੈਟ ਕੀਤਾ ਸੀਗਾ, ਇਹਨੂੰ ਅਸੀਂ ਇਸ ਤਰ੍ਹਾਂ ਨਹੀਂ ਛੱਡ ਸਕਦੇ। ਆਨਸਰ ਦੁਬਾਰਾ ਸਾਨੂੰ x ਦੇ ਫਾਰਮ 'ਚ ਲਿਆਉਣਾ ਪਏਗਾ, ਯਾਨੀ ਜਿੱਥੇ ਜਿੱਥੇ t ਹੈ ਉਹਨੂੰ ਖਤਮ ਕਰਕੇ ਦੁਬਾਰਾ x ਲਿਆਉਣਾ ਪਏਗਾ। ਤਾਂ ਇੱਥੇ ਤੁਸੀਂ ਦੇਖੋ t ਦੀ ਥਾਂ ਤੇ ਤਾਂ ਅਸੀਂ ਪੁੱਟ ਕਰ ਸਕਦੇ ਹਾਂ ਸਾਈਨ ਇਨਵਰਸ x ਤੇ sin t ਦੀ ਥਾਂ ਤੇ ਅਸੀਂ ਪੁੱਟ ਕਰ ਸਕਦੇ ਹਾਂ x। cos t ਦੀ ਨਹੀਂ ਸਾਨੂੰ ਵੈਲਿਊ ਪਤਾ ਹੈ, ਤਾਂ ਪਹਿਲਾਂ ਸਾਨੂੰ ਜਾਂ ਤਾਂ cos t ਦੀ ਵੈਲਿਊ ਫਾਈਂਡ ਕਰਨੀ ਪਏਗੀ ਜਾਂ ਅਸੀਂ ਕੀ ਕਰ ਸਕਦੇ ਹਾਂ, cos ਨੂੰ sin 'ਚ ਕਨਵਰਟ ਕਰ ਸਕਦੇ ਹਾਂ। ਤਾਂ sin ਨੂੰ sin 'ਚ ਕਨਵਰਟ ਕਰਨ ਦਾ ਕੀ ਮੈਥਡ ਹੈ, ਸਕੁਆਇਰ ਰੂਟ ਆਫ cos t ਦੀ ਵੈਲਿਊ ਕੀ ਹੁੰਦੀ ਹੈ, ਸਕੁਆਇਰ ਰੂਟ ਆਫ 1 ਮਾਈਨਸ sin ਸਕੁਆਇਰ t। ਠੀਕ ਹੈ ਕਿ ਉਹ ਅਸੀਂ ਪੁੱਟ ਕਰਤੀ। ਹੁਣ ਜਿੱਥੇ ਜਿੱਥੇ t ਸੀਗਾ ਉੱਥੇ ਅਸੀਂ sin ਇਨਵਰਸ x ਪੁੱਟ ਕਰਤਾ, ਜਿੱਥੇ sin t ਸੀ ਉੱਥੇ ਅਸੀਂ x ਪੁੱਟ ਕਰਤਾ। ਇੱਥੇ ਵੀ sin t ਦੀ ਥਾਂ ਤੇ x, ਇੱਥੇ ਵੀ sin t ਦੀ ਥਾਂ ਤੇ x। ਤਾਂ ਆਹ ਸਾਡਾ ਆਨਸਰ ਬਣ ਗਿਆ x sin ਇਨਵਰਸ x ਪਲੱਸ ਸਕੁਆਇਰ ਰੂਟ ਆਫ 1 ਮਾਈਨਸ x ਸਕੁਆਇਰ ਪਲੱਸ c। ਠੀਕ ਹੈ ਜੀ। ਇੱਕ ਅਸੀਂ ਦੂਸਰੇ ਜਿਹੜਾ ਉੱਪਰ ਅਸੀਂ ਮੈਥਡ ਲੌਗ ਵਾਸਤੇ ਡਿਸਕਸ ਕੀਤਾ ਸੀਗਾ, ਉਸ ਮੈਥਡ ਨਾਲ ਵੀ ਅਸੀਂ ਇਸ ਕੁਐਸਚਨ ਨੂੰ ਕਰ ਸਕਦੇ ਹਾਂ। ਜਿਵੇਂ ਆਪਾਂ ਦੇਖੋ ਕਰਕੇ ਦੇਖਦੇ ਹਾਂ ਇੱਕ ਕੁਐਸਚਨ, ਬਾਕੀ ਦੇ ਕੁਐਸਚਨ ਤੁਸੀਂ ਆਪੇ ਟਰਾਈ ਕਰਿਓ। ਜਿਵੇਂ ਸਾਨੂੰ ਦਿੱਤਾ ਹੋਇਆ i ਇਕੁਅਲਸ ਟੂ ਸਾਈਨ ਇਨਵਰਸ x dx, ਐਸੇ ਕੀ ਕਰੀਏ ਇਹਨੂੰ 1 ਡਾਟ ਸਾਈਨ ਇਨਵਰਸ x dx ਕਰੀਏ। ਹੁਣ ਇਹ ਸਾਡਾ ਟ੍ਰਿਗਨੋਮੈਟ੍ਰਿਕ ਫੰਕਸ਼ਨ, ਸੌਰੀ ਐਲਜੈਬਰਿਕ ਫੰਕਸ਼ਨ ਆ ਟ੍ਰਿਗਨੋਮੈਟ੍ਰਿਕ, ਇਹਦੀ ਪ੍ਰਾਇੋਰਟੀ ਜ਼ਿਆਦਾ ਹੁੰਦੀ ਹੈ ਤੇ ਅਸੀਂ ਇਹਨੂੰ 1 ਲਵਾਂਗੇ। ਸੌਰੀ ਆ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ, ਇਹਦੀ ਪ੍ਰਾਇੋਰਟੀ ਜ਼ਿਆਦਾ ਹੁੰਦੀ ਹੈ, ਅਸੀਂ 1 ਲਵਾਂਗੇ ਤੇ ਇਹਨੂੰ 2 ਲਵਾਂਗੇ। ਠੀਕ ਹੈ ਨਾ, ਤਾਂ u ਕਿਹਦਾ ਇਹਦਾ ਇੰਟੀਗ੍ਰੇਸ਼ਨ ਕੀ ਹੋਏਗਾ, u ਨੂੰ ਛੱਡਤਾ v ਦਾ ਇੰਟੀਗ੍ਰੇਸ਼ਨ 1 ਦਾ ਇੰਟੀਗ੍ਰੇਸ਼ਨ ਕੀ ਹੋ ਜਾਏਗਾ x ਮਾਈਨਸ ਫਿਰ ਸਾਈਨ ਇਨਵਰਸ x ਦਾ ਡਿਫਰੈਂਸ਼ੀਏਸ਼ਨ ਸਕੁਆਇਰ ਰੂਟ ਆਫ 1 ਅਪੋਨ ਸਕੁਆਇਰ ਰੂਟ ਆਫ 1 ਮਾਈਨਸ x ਸਕੁਆਇਰ ਤੇ ਉਹਦਾ ਇੰਟੀਗ੍ਰੇਸ਼ਨ x ਤੇ dx। ਠੀਕ ਹੈ, ਤਾਂ ਇਹਦਾ ਤਾਂ ਆ ਗਿਆ x ਸਾਈਨ ਇਨਵਰਸ x ਮਾਈਨਸ, ਇਹਨੂੰ ਕਰਨ ਵਾਸਤੇ ਦੇਖੋ ਕੀ ਕਰਾਂਗੇ, ਇਹਦਾ ਡਿਫਰੈਂਸ਼ੀਅਲ ਦੇਖੋ ਤੁਹਾਨੂੰ ਉੱਤੇ ਨਜ਼ਰ 1 ਮਾਈਨਸ x ਸਕੁਆਇਰ ਨੂੰ ਤੁਸੀਂ ਡਿਫਰੈਂਸ਼ੀਏਟ ਕਰੋਗੇ ਮਾਈਨਸ 2x ਆਏਗਾ, ਮਾਈਨਸ 2x ਹੈ ਨਾ। ਤਾਂ x dx ਆ ਸਾਡੇ ਕੋਲ ਉੱਪਰ ਪਿਆ, ਤੇ ਅਸੀਂ ਕੀ ਕਰੀਏ ਲੈਟ ਕਰ ਲਈਏ ਇੱਥੇ, ਲੈਟ 1 ਮਾਈਨਸ x ਸਕੁਆਇਰ ਇਕੁਅਲਸ ਟੂ t, ਤਾਂ ਕੀ ਹੋ ਜਾਏਗਾ ਮਾਈਨਸ 2x dx ਇਕੁਅਲਸ ਟੂ dt। ਤਾਂ ਇਹਦਾ ਮਤਲਬ x dx ਇਕੁਅਲਸ ਟੂ ਹੋ ਜਾਏਗਾ ਮਾਈਨਸ dt ਬਾਈ 2। ਤਾਂ ਇਹਦੀ ਥਾਂ ਤੇ ਵੈਲਿਊਜ਼ ਪੁੱਟ ਕਰ ਦਿਓ, ਇਹਦੇ ਥਾਂ ਤੇ ਤਾਂ ਆ ਜਾਏਗਾ t1 ਅਪੋਨ, ਇਹਦੀ ਥਾਂ ਤੇ ਪੁੱਟ ਕਰਾਂਗੇ t ਤਾਂ ਸਕੁਆਇਰ ਰੂਟ ਆਫ t, x dx ਦੀ ਥਾਂ ਤੇ ਅਸੀਂ ਪੁੱਟ ਕਰਾਂਗੇ ਮਾਈਨਸ dt ਬਾਈ 2। ਠੀਕ ਹੈ ਨਾ, ਇਹਨੂੰ ਸੋਲਵ ਕਰਦੇ ਹਾਂ। ਦੇਖੋ x ਸਾਈਨ ਇਨਵਰਸ x, ਆ ਮਾਈਨਸ ਵੀ ਬਾਹਰ ਕੱਢ ਲਓ ਤੇ 1/2 ਵੀ ਬਾਹਰ ਕੱਢ ਲਓ, ਤੇ ਹੋ ਜਾਏਗਾ ਪਲੱਸ ਦਾ 1/2 dt ਅਪੋਨ ਸਕੁਆਇਰ ਰੂਟ ਆਫ t। ਠੀਕ ਹੈ, ਇਹ ਹੋ ਗਿਆ x ਸਾਈਨ ਇਨਵਰਸ x ਪਲੱਸ 1/2।
ਤੇ 1/√t ਦਾ ਇੰਟੀਗ੍ਰੇਸ਼ਨ ਅਸੀਂ ਪਹਿਲਾਂ ਵੀ ਕੀਤਾ 2√t ਹੁੰਦਾ ਪਲੱਸ ਸੀ 2 ਨਾਲ 2 ਕੈਂਸਲ ਹੋ ਗਿਆ √t ਬਚਿਆ ਇਕੱਲਾ ਤਾਂ x ਸਾਈਨ ਇਨਵਰਸ x t ਦੀ ਅਸੀਂ ਵੈਲਿਊ ਕੀ ਲਈ ਸੀਗੀ 1 - x² ਤਾਂ ਇਹਦੀ ਥਾਂ ਤੇ ਅਸੀਂ ਲਿਖ ਦਾਂਗੇ ਸਕੁਆਇਰ ਰੂਟ ਆਫ 1 - x² ਪਲੱਸ ਸੀ ਤਾਂ x ਸਾਈਨ ਇਨਵਰਸ x ਪਲੱਸ 1 - x² ਪਲੱਸ ਸੀ ਇਹੀ ਆਨਸਰ ਇੱਥੇ ਹੈ ਇਹੀ ਇੱਥੇ ਸੋ ਚਾਹੇ ਤੁਸੀਂ ਇਸ ਮੈਥਡ ਨਾਲ ਕਰੋ ਚਾਹੇ ਇਸ ਮੈਥਡ ਨਾਲ ਕਰੋ ਇਹ ਤੁਸੀਂ ਆਪ ਡਿਸਾਈਡ ਕਰ ਸਕਦੇ ਹੋ ਜਿਹੜਾ ਤੁਹਾਨੂੰ ਚੰਗਾ ਲੱਗੇ ਉਹ ਵਾਲਾ ਮੈਥਡ ਤੁਸੀਂ ਅਪਲਾਈ ਕਰ ਸਕਦੇ ਹੋ ਸੈਕੰਡ ਹੈ ਇਹਦੇ ਵਿੱਚ ਇੰਟੀਗਰਲ ਆਫ tan ਇਨਵਰਸ x dx ਤਾਂ ਅਸੀਂ ਉਸੇ ਤਰ੍ਹਾਂ tan ਇਨਵਰਸ x ਨੂੰ ਅਸੀਂ ਲੈ ਲਿਆ t ਤਾਂ x = tan t ਹੋ ਜਾਏਗਾ डिफरेंशिएट करांगे तो dx = sec² t dt हो जाएगा ਇੱਥੇ ਵੈਲਿਊਜ਼ ਪੁੱਟ ਕਰੀਆਂ ਤਾਂ ਇਹ ਹੋ ਗਿਆ t sec² t dt ਹੁਣ ਆ ਸਾਡਾ ਅਲਜੈਬਰਿਕ ਫੰਕਸ਼ਨ ਹੈ ਆ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ ਅਲਜੈਬਰਿਕ ਫੰਕਸ਼ਨ ਨੂੰ ਅਸੀਂ u ਲੈ ਲਿਆ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਨੂੰ v ਤਾਂ u ਇਹਦਾ ਇੰਟੀਗ੍ਰੇਸ਼ਨ sec² x ਦਾ ਇੰਟੀਗ੍ਰੇਸ਼ਨ sec² t ਦਾ ਇੰਟੀਗ੍ਰੇਸ਼ਨ tan t ਮਾਈਨਸ t ਦਾ ਡਿਫਰੈਂਸ਼ੀਏਸ਼ਨ 1 sec² t ਦਾ ਇੰਟੀਗ੍ਰੇਸ਼ਨ tan t dt ਠੀਕ ਹੈ ਨਾ ਆ ਮਾਈਨਸ ਇੱਥੇ tan t ਦਾ ਇੰਟੀਗ੍ਰੇਸ਼ਨ ਮਾਈਨਸ log cos t dt ਠੀਕ ਹੈ ਨਾ ਆ ਮਾਈਨਸ ਮਾਈਨਸ ਬਾਹਰ ਕੇ ਪਲੱਸ ਹੋ ਗਿਆ ਹੁਣ ਇਹਦੇ 'ਚ ਅਸੀਂ t ਖਤਮ ਕਰ ਤਾਂ t ਦੀ ਥਾਂ ਤੇ tan ਇਨਵਰਸ x ਤੇ tan t ਦੀ ਥਾਂ ਤੇ x ਪੁੱਟ ਕਰ ਸਕਦੇ ਹਾਂ ਅਸੀਂ ਹੁਣ ਜਿਹੜਾ ਬਚਿਆ cos t ਦੀ ਸਾਨੂੰ ਵੈਲਿਊ ਫਾਈਂਡ ਕਰਨੀ ਪਈ ਉਹਦੇ ਲਈ ਸਾਡੇ ਕੋਲੇ ਅਸੀਂ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੇ ਵਿੱਚ ਇੱਕ ਟ੍ਰਾਇੰਗਲ ਵਾਲਾ ਮੈਥਡ ਕੀਤਾ ਸੀਗਾ ਖਿਆਲ ਕਰੋ ਇੱਥੇ ਸਾਡੇ ਕੋਲ ਕੀ ਹੈ x = tan t ਸਾਨੂੰ ਪਤਾ ਹੈ ਨਾ ਤਾਂ ਇਹ 'ਚ ਜਿਹੜਾ tan ਦੇ ਨਾਲ ਜਿਹੜਾ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੇ ਨਾਲ ਜਿਹੜੀ ਚੀਜ਼ ਹੁੰਦੀ ਹੈ ਉਹ ਤਾਂ ਹੁੰਦਾ ਐਂਗਲ ਸਾਡੇ ਕੋਲ ਪਤਾ tan θ tan x ਇਹ ਸਾਰੇ ਕੀ ਹੁੰਦੇ ਨੇ x ਤੇ t ਇਹ ਸਾਰੇ ਜਿਹੜੇ tan ਦੇ ਨਾਲ ਲੱਗੇ ਹੋਏ ਕੀ ਹੁੰਦਾ ਇਹ ਸਾਰੇ ਐਂਗਲਸ ਹੁੰਦੇ ਤਾਂ t ਤਾਂ ਲੈ ਲਿਆ ਸੀ ਐਂਗਲ ਇਹਦੀ ਵੈਲਿਊ ਹੈ x ਇਹਨੂੰ ਅਸੀਂ ਕਹਿ ਸਕਦੇ ਹਾਂ x/1 ਕੀ ਕਹਿ ਸਕਦੇ ਹਾਂ ਅਸੀਂ ਇਹਨੂੰ ਅਸੀਂ ਕਹਿ ਸਕਦੇ ਹਾਂ x/1 ਤਾਂ ਇਹ ਤਾਂ t ਇੱਥੇ ਲਿਖ ਲਿਆ ਤੇ tan = ਹੁੰਦਾ ਪਰਪੈਂਡੀਕੂਲਰ ਓਵਰ ਬੇਸ ਇਹਦਾ ਮਤਲਬ ਇਹਦਾ ਪਰਪੈਂਡੀਕੂਲਰ ਅਸੀਂ x ਲੈ ਲਈਏ ਤੇ ਬੇਸ 1 ਲੈ ਲਈਏ ਠੀਕ ਹੈ ਨਾ ਉਹਦੇ ਤੋਂ ਅਸੀਂ ਹਾਈਪੋਟੇਨਸ ਫਾਈਂਡ ਕਰ ਲਈ ਹਾਈਪੋਟੇਨਸ ਕਾਹਦੇ ਇਕੁਅਲ ਹੁੰਦਾ ਪਰਪੈਂਡੀਕੂਲਰ ਸਕੁਆਇਰ ਪਲੱਸ ਬੇਸ ਸਕੁਆਇਰ ਦਾ ਸਕੁਆਇਰ ਰੂਟ ਠੀਕ ਹੈ ਨਾ ਤਾਂ ਪਰਪੈਂਡੀਕੂਲਰ ਸਕੁਆਇਰ x² ਹੋ ਗਿਆ ਬੇਸ ਦਾ ਸਕੁਆਇਰ 1 ਦਾ ਸਕੁਆਇਰ ਹੋ ਗਿਆ ਉਹਦਾ ਸਕੁਆਇਰ ਰੂਟ ਹੋ ਗਿਆ ਪਲੱਸ ਕਰਦਾ ਹੈ ਨਾ ਆ ਹਾਈਪੋਟੇਨਸ ਹੋ ਗਿਆ ਹੁਣ ਅਸੀਂ ਜਿਹੜਾ ਮਰਜ਼ੀ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੀ ਵੈਲਿਊ ਫਾਈਂਡ ਕਰ ਦੇਣਾ ਅਸੀਂ ਕਿਉਂਕਿ cos t ਦੀ ਫਾਈਂਡ ਕਰਨੀ ਹੈ ਤਾਂ cos t = ਹੁੰਦਾ ਬੇਸ ਓਵਨ ਹਾਈਪੋਟੇਨਸ ਤਾਂ ਇਹਦੀ ਵੈਲਿਊ cos t ਦੀ ਕੀ ਆ ਜਾਏਗੀ ਹੁਣ ਇੱਥੇ ਅਸੀਂ cos t ਦੀ ਜਦੋਂ ਅਸੀਂ ਵੈਲਿਊ ਲਿਖਣੀ ਹੋਏਗੀ cos t = ਆ ਜਾਏਗਾ ਬੇਸ ਓਵਰ ਪਰਪੈਂਡੀਕੂਲਰ ਠੀਕ ਹੈ ਕਿਉਂਕਿ t ਐਂਗਲ ਹੈ ਤਾਂ cos t = 1/√1 + x² ਤਾਂ cos t ਦੀ ਥਾਂ ਤੇ ਉਹਦੀ ਵੈਲਿਊ ਪੁੱਟ ਕਰਕੇ ਸਾਡਾ ਆਨਸਰ ਆ ਗਿਆ ਹੁਣ ਇੱਥੇ ਚਾਹੇ sin t ਹੁੰਦਾ ਚਾਹੇ ਜੋ ਮਰਜ਼ੀ ਹੁੰਦਾ ਉਹ ਅਸੀਂ ਇਸ ਟ੍ਰਾਇੰਗਲ ਦੀ ਹੈਲਪ ਨਾਲ ਫਾਈਂਡ ਕਰ ਸਕਦੇ ਸੀ ਠੀਕ ਹੈ ਨਾ ਨੈਕਸਟ ਹੈ ਸਾਡੇ ਕੋਲੇ sec ਇਨਵਰਸ x dx ਤਾਂ ਅਸੀਂ ਉਸੇ ਤਰੀਕੇ ਨਾਲ sec ਇਨਵਰਸ x ਨੂੰ t ਲੈ ਲਿਆ ਤਾਂ x = sec t ਹੋ ਜਾਏਗਾ ਡਿਫਰੈਂਸ਼ੀਏਟ ਕਰਾਂਗੇ ਤਾਂ dx = sec t ਦਾ ਡਿਫਰੈਂਸ਼ੀਏਸ਼ਨ sec t tan t dt ਠੀਕ ਹੈ ਨਾ ਇਹਨਾਂ ਦੀਆਂ ਵੈਲਿਊਜ਼ ਇੱਥੇ ਪੁੱਟ ਕਰ ਦੇਂਗੇ sec ਇਨਵਰਸ x ਦੀ ਥਾਂ ਤੇ t ਤੇ dx ਦੀ ਥਾਂ ਤੇ sec t tan t dt ਠੀਕ ਹੈ ਹੁਣ ਅਸੀਂ ਆ ਸਾਡਾ ਅਲਜੈਬਰਿਕ ਫੰਕਸ਼ਨ ਹੈ ਤੇ ਆਹ ਸਾਡਾ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ ਤਾਂ ਅਲਜੈਬਰਿਕ ਫੰਕਸ਼ਨ ਨੂੰ ਅਸੀਂ u ਲੈ ਲਿਆ ਤੇ ਇਹਨੂੰ ਅਸੀਂ v ਲੈ ਲਿਆ ਤਾਂ u ਨੂੰ ਛੱਡਤਾ sec t tan t ਦਾ ਇੰਟੀਗ੍ਰੇਸ਼ਨ sec t ਹੋ ਜਾਏਗਾ ਠੀਕ ਹੈ ਨਾ ਮਾਈਨਸ t ਦਾ ਡਿਫਰੈਂਸ਼ੀਏਸ਼ਨ 1 sec t ਜਿਵੇਂ ਇਹਦਾ ਇੰਟੀਗ੍ਰੇਸ਼ਨ sec t ਇੱਥੇ ਆ ਜਾਏਗਾ ਠੀਕ ਹੈ ਨਾ ਹੁਣ sec t ਦਾ ਫਿਰ ਇੰਟੀਗ੍ਰੇਸ਼ਨ log sec t plus tan t ਹੋ ਜਾਏਗਾ ਠੀਕ ਹੈ ਨਾ ਤੇ ਇਹਦੇ 'ਚ ਹੁਣ t ਖਤਮ ਕਰਨਾ ਇਹਨਾਂ ਦੋਵਾਂ ਦੀ ਥਾਂ ਤੇ ਪਤਾ ਸਾਨੂੰ sec t ਦੀ ਵੈਲਿਊ ਪਤਾ tan t ਸਾਨੂੰ ਫਾਈਂਡ ਕਰਨਾ ਪਏਗਾ tan t ਫਾਈਂਡ ਕਰਨ ਵਾਸਤੇ ਉਸੇ ਤਰੀਕੇ ਨਾਲ ਅਸੀਂ ਟ੍ਰਾਇੰਗਲ ਬਣਾਵਾਂਗੇ ਸਾਡੇ ਕੋਲ ਕੀ ਗਿਵਨ ਹੈ sec t = x/1 sec t ਕਾਹਦੇ ਇਕੁਅਲ ਹੁੰਦਾ ਬੇਸ ਓਵਰ ਪਰਪੈਂਡੀਕੂਲਰ ਸੌਰੀ ਇਹ ਹੁੰਦਾ ਹਾਈਪੋਟੇਨਸ ਅਪੋਨ ਬੇਸ ਠੀਕ ਹੈ ਕਿ ਤਾਂ x/1 ਹੋ ਗਿਆ ਕਿ ਨਹੀਂ ਹਾਈਪੋਟੇਨਸ ਅਪੋਨ ਬੇਸ ਉਹਦੇ ਤੋਂ ਅਸੀਂ परपेंडिकुलर फाइंड करना है परपेंडिकुलर का इक्वल होएगा हाइपोटेन्यूज का स्क्वायर माइनस बेस का स्क्वायर रूट यानी x² - 1 का होल स्क्वायर हो जाएगा ठीक है 1 का स्क्वायर रूट हो जाएगा ठीक है इस तरीके जी हैगी है tan t की वैल्यू फाइंड करेंगे tan t इक्वल टू होएगा
परपेंडिकुलर ओवर बेस यानी स्क्वायर रूट ऑफ एक्स स्क्वायर माइनस 1 इस तरीके नाल भी कर सकते हैं। वैसे टैन टी का सीधा फॉर्मूला भी सानू पता है, टैन स्क्वायर एक्स काहदे इक्वल हुंदा है, सैक स्क्वायर एक्स माइनस 1। ऐसे टैन एक्स की जो असीं वैल्यू फाइंड करनी होगी तो प्लस स्क्वायर रूट ऑफ सैक स्क्वायर एक्स माइनस 1 का स्क्वायर रूट लिख सकते हैं। हाँ ठीक है। वैसे इत्थे असीं लिखते जे टैन सैक स्क्वायर टी माइनस 1 तो सैक टी की वैल्यू एक्स असीं पुट करके आंसर कट सकते सी। तो इस तरीके नाल भी कर सकते हैं। आ सीधा साडे कोले ट्रायंगल वाला मैथड, ये तो हर थां ते अप्लाई हो जाता। आ तुहानूं फॉर्मूले याद होणगे तां ही तुसीं कर पाओगे। सो इन्हां चों तुसीं आपदा देख लेना किहड़ा तुहानूं मैथड ज़्यादा सूट करता है। ठीक है। नैक्सट है साडे कोले एग्जाम्पल 91, इवैल्यूएट इंटैग्रल ऑफ एक्स टैन इनवर्स एक्स dx। ठीक है ना। ये उस तरीके नाल दो साडे कोले अलजैब्रिक फंक्शन, इनवर्स ट्रिग्नोमैट्रिक फंक्शन। इनवर्स ट्रिग्नोमैट्रिक फंक्शन की तुसीं जाणदे हो प्रायोरिटी सब तो ही वध हुंदी है, तो इहनूं असीं यू लवांगे, इहनूं वी लवांगे। तो इंटीग्रेशन करने वाले की होएगा, यू नूं छड्डता वी का इंटीग्रेशन एक्स स्क्वायर बाय 2 माइनस ए दा डिफरेंशिएशन 1 अपॉन एक्स स्क्वायर ते आ इंटीग्रेशन है। ठीक है dx। हुण इहनूं इहदे उपर लिख लांगे 1/2 बाहर कढ लांगे। ठीक है 1/2 तो बाहर कढ लिया, उपर आ गया एक्स स्क्वायर अपॉन 1 प्लस एक्स स्क्वायर। हुण तुसीं देखो उपर ते हेठां डिग्री बराबर है पॉलीनोमियल, उपर भी है डिग्री 2 है, हेठां भी 2। ठीक है ना। या तो इहनूं डिवाइड कर लो, एक्स स्क्वायर नूं 1 प्लस एक्स स्क्वायर नाल डिवाइड कर सकते हैं असीं, जां असीं इत्थे एक दूसरी प्लस माइनस जिहड़ा करके कर सकते हैं, उवें भी कर सकते हैं। 1 असीं ऐड करता, 1 माइनस। हुण जो असीं इन्हां नूं आपस च एक दूजे दे हेठां डिवाइड करांगे तो इहदी वैल्यू 1 आ जाएगी, माइनस 1 अपॉन दिस क्या अलग। ठीक है। तो इत्थे हुण इन्हां गल्लां दा ख्याल रखना, डिग्री का उपर जे डिग्री बराबर जां ज़्यादा है तो असीं डिवाइड करके जां होर कोई किसी भी तरीके नाल उहदे उपरले दी डिग्री घटावांगे। इत्थे देखो डिग्री घट गई, उपरले दी डिग्री 0 रह गई, हेठले दी डिग्री 2 आप अड्ड हो गए। ठीक है। तो असीं हुण इहदा इंटीग्रेशन करांगे तो 1/2 आ तो हो गया, तो कुछ नहीं करना, इसी तरह ही आएगा है ना। 1/2 1 का इंटीग्रेशन एक्स आ जाएगा, तो आ काहदा इंटीग्रेशन है, टैन इनवर्स एक्स वाला फॉर्मूला, इसकी वैल्यू आ गई टैन इनवर्स एक्स प्लस सी साडा आंसर आ गया। ठीक है जी। नैक्सट है लॉग एक्स अपॉन एक्स स्क्वायर। तो यू इक्वल्स टू लॉग एक्स ले लाँगे, तो वी इक्वल्स टू क्यों है साडे कोले समझ लो लॉगरिथमिक फंक्शन, अलजैब्रिक फंक्शन है 1 अपॉन एक्स स्क्वायर। यदि जी है प्रायोरिटी ज़्यादा होंगी है तो लॉग एक्स में असीं यू ले लिया, इनू वी ले लिया। तो लॉग एक्स यदा इंटीग्रेशन यह है एक्स टू द पावर -2, यदा इंटीग्रेशन की होएगा एक्स की पावर -1 अपॉन 1। फिर लॉग एक्स का डिफरेंशिएशन 1/x आ इमेज में इतने आ गया। ठीक है ना। dx आता हो गया कम, माइनस बाहर आ गया, 1 अपॉन एक्स स्क्वायर लॉग एक्स हो गया है ना। ਇਹਦੇ ਕੀ ਹੋਏਗਾ 1 अपॉन x ਇੱਥੇ ਹੇਠ ਆਏਗਾ ਤੇ ਇਹਦੀ ਵੈਲਿਊ ਹੋ ਜਾਏਗੀ ਮਾਈਨਸ ਆ ਮਾਈਨਸ ਬਾਹਰ ਆ ਕੇ ਮਾਈਨਸ ਮਾਈਨਸ ਪਲੱਸ ਹੋ ਜਾਏਗਾ 1 अपॉन x स्क्वायर dx यानी x की पावर -2 ही फेर बन गया। ਇਹਦੀ इंटीग्रेशन की होएगा x की पावर -1 अपॉन -1, उसी तरह माइनस बाहर आ गया, x की पावर -1 से हेठ आके प्लस हो गया, तब -1 अपॉन x लॉग x -1 अपॉन x प्लस सी आंसर आ गया। ठीक है। नैक्सट देखो x माइनस साइन x अपॉन 1 माइनस कॉस x। ये हम तो किसी भी नज़र नहीं आता भी दो चीज़ों का प्रोडक्ट है, तो इतने यू भी फार्मूला किमें अप्लाई होएगा। ठीक है। तो आप उस कन्वर्ट कर सकते हैं, ये सीधी फॉर्म नहीं है कि ये कन्वर्ट हो जाए। ठीक है। इनू किसी होर मैथड नाल भी असीं कर सकते हैं, जो पहला किए हुए मैथड उन्होंने भी किया जा सकता, पर इत्थे असीं इनू इंटीग्रेशन बाय पार्ट्स करने की कोशिश करते। ठीक है। तो ये एक्स अपॉन इनू अलग कर लिया, एक्स अपॉन 1 माइनस कॉस एक्स, तो माइनस साइन एक्स अपॉन 1 माइनस कॉस एक्स अलग कर लिया, माइनस साइन एक्स अपॉन 1 माइनस कॉस एक्स। हुण असीं की करिया 1 माइनस कॉस एक्स की हुंदा 1 माइनस कॉस 2x वाला फार्मूला 2 साइन स्क्वायर एक्स, यानी जे इत्थे एक्स है तो इत्थे x/2 हो जाएगा, 2 साइन स्क्वायर x/2। इत्थे भी आही उपर साइन 2x वाला फार्मूला ला लिया, 2 साइन x/2 कॉस x/2, 2 नाल 2 कैंसल हो जाऊगा, साइन x/2 नाल 1 साइन x/2 कैंसल हो जाएगा, इत्थे बचूगा कॉस x/2 बटा साइन x/2, ये बन जाऊगा कॉट x/2।
ਇੱਥੇ ਆ 1/2 ਅਸੀਂ ਬਾਹਰ ਕੱਢ ਲਿਆ x ਐਵੇਂ ਜਿਵੇਂ 1 sin ਸਕੁਆਇਰ x/2 ਇਹ ਬਣ ਗਿਆ cos ਸਕੁਆਇਰ x/2। ਹੁਣ ਆ ਬਣ ਗਿਆ ਨਾ ਦੋ ਚੀਜ਼ਾਂ ਦਾ ਪ੍ਰੋਡਕਟ। ਇਹਨੂੰ cot ਨੂੰ ਅਸੀਂ ਐਵੇਂ ਜਿਵੇਂ ਰੱਖਿਆ, ਇਹਨੂੰ ਨਹੀਂ ਕੁਝ ਕਰਿਆ, ਇਹਨੂੰ ਇੰਟੀਗ੍ਰੇਟ ਕਰਿਆ। ਇਹ 'ਚ ਕੀ ਕਰਿਆ, ਆ ਹੈਗਾ ਸਾਡੇ ਕੋਲ ਅਲਜੈਬਰਿਕ ਫੰਕਸ਼ਨ, ਆ ਹੈਗਾ ਟ੍ਰਿਗਨੋਮੈਟ੍ਰਿਕ ਫੰਕਸ਼ਨ। ਤਾਂ ਅਲਜੈਬਰਿਕ ਫੰਕਸ਼ਨ ਦੀ ਪ੍ਰਾਇੋਰਟੀ ਜ਼ਿਆਦਾ ਹੁੰਦੀ ਹੈ ਤਾਂ ਇਹਨੂੰ ਅਸੀਂ u ਲੈ ਲਾਂਗੇ ਤੇ ਇਹਨੂੰ v ਤਾਂ u ਛੱਡਤਾ v ਦਾ cos ਸਕੁਆਇਰ ਦਾ ਇੰਟੀਗ੍ਰੇਸ਼ਨ ਹੁੰਦਾ cot, ਠੀਕ ਹੈ। ਤੇ ਨਾਲ ਕਿਉਂਕਿ x/2 ਆ ਤਾਂ ਇਹਦਾ ਡੈਰੀਵੇਟਿਵ ਜਾਂ ਕਹਿ ਲਓ cos x ਦਾ ਕੋਫੀਸ਼ੀਐਂਟ 1/2 ਹੇਠਾਂ ਆ ਗਿਆ ਤਾਂ ਮਾਈਨਸ cot x/2 upon 1/2 ਮਾਈਨਸ x ਦਾ ਡੈਰੀਵੇਟਿਵ ਤੇ ਆ ਚੀਜ਼ ਐਵੇਂ ਜਿੰਨੀ ਇੱਥੇ dx, ਠੀਕ ਹੈ। ਤੇ ਹੁਣ ਇਹਨੂੰ ਸੋਲਵ ਕਰੋ, 2 ਉੱਪਰ ਚਲੇ ਜਾਏਗਾ ਮਾਈਨਸ 2x cot x/2 ਹੋ ਜਾਏਗਾ। ਐਸੇ ਇੱਥੇ ਹੀ ਇਸੇ ਤਰ੍ਹਾਂ 2 ਇੱਥੇ ਵੀ ਆ ਜਾਏਗਾ ਉੱਪਰ ਤੇ ਮਾਈਨਸ ਵੀ ਬਾਹਰ ਆ ਕੇ ਪਲੱਸ ਹੋ ਜਾਊਗਾ ਮਾਈਨਸ 2 + 2 ਆ ਬਣ ਗਿਆ cot x/2 ਤੇ ਜਦੋਂ ਅਸੀਂ ਇਹਨੂੰ ਅੰਦਰ 1/2 ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਹੋ ਜਾਊਗਾ ਮਾਈਨਸ cot x/2 x cot x/2 ਆ ਵੀ 2 ਕੈਂਸਲ ਹੋ ਕੇ ਇੰਟੀਗ੍ਰੇਸ਼ਨ ਆਫ cot x/2 ਬਚੂਗਾ। ਆ ਪਿੱਛੇ ਇੱਕ ਮਾਈਨਸ ਦਾ cot x/2 ਆ ਰਿਹਾ ਸੀਗਾ, ਇੱਥੋਂ ਆ ਚੱਲਦਾ ਆ ਰਿਹਾ ਸੀ। ਇਹ ਮਾਈਨਸ ਦਾ cot x/2 ਤੇ ਇਹ ਪਲੱਸ ਦਾ cot x/2 ਦਾ ਇੰਟੀਗ੍ਰੇਸ਼ਨ ਹੈ, ਇਹ ਦੋਨੇ ਆਪਸ 'ਚ ਕੈਂਸਲ ਹੋ ਗਏ ਤਾਂ ਹੀ ਅਸੀਂ ਇਹਨੂੰ ਇੰਟੀਗ੍ਰੇਟ ਨਹੀਂ ਕੀਤਾ, ਇਹਨੂੰ ਐਂ ਹੀ ਤੁਰੇ ਲਈ ਆਉਂਦੇ ਨਾਲ, ਹੈ ਨਾ। ਇਹ ਦੋਨੇ ਇੱਥੇ ਖਤਮ ਹੋ ਗਏ, ਇੱਥੇ ਸਾਡੇ ਕੋਲ ਬਚਿਆ ਹੁਣ ਕੀ ਮਾਈਨਸ x cot x/2 ਪਲੱਸ c, ਠੀਕ ਹੈ। ਨੈਕਸਟ ਹੈਗਾ log 1 + x², ਠੀਕ ਹੈ ਨਾ। ਇਹ ਫਿਰ ਤੁਹਾਨੂੰ ਪਹਿਲਾਂ ਹੀ ਗੱਲ ਦੱਸੀ ਹੋਈ ਹੈ ਵੀ ਜਿੱਥੇ ਵੀ ਲੋਗਰਿਥਮਿਕ ਦਾ ਇਕੱਲਾ ਲੋਗਰਿਥਮਿਕ ਫੰਕਸ਼ਨ ਇਕੱਲਾ ਹੋਏਗਾ ਉੱਥੇ ਉਹਦੇ ਨਾਲ ਅਸੀਂ 1 ਲਵਾਂਗੇ ਹਮੇਸ਼ਾ। ਤਾਂ log 1 + x² + 1 dx ਹੁਣ ਅਲਜੈਬਰਿਕ ਫੰਕਸ਼ਨ ਤੇ ਲੋਗਰਿਥਮਿਕ ਫੰਕਸ਼ਨ ਇਹਦੀ ਪ੍ਰਾਇੋਰਟੀ ਜ਼ਿਆਦਾ ਹੈ, ਤੈਨੂੰ u ਲੈ ਲਿਆ, ਤੈਨੂੰ u ਲੈ ਲਿਆ ਤੇ ਕੀ ਕਰਾਂਗੇ u ਇਹਦਾ ਇੰਟੀਗ੍ਰੇਸ਼ਨ ਫਿਰ ਮਾਈਨਸ ਇਹਦਾ ਡੈਰੀਵੇਟਿਵ 1/1 + x² ਤੇ ਇਹਦਾ ਐਵੇਂ ਜਿਵੇਂ ਲਿਖਣਾ x ਤੇ ਇਹਦਾ ਡੈਰੀਵੇਟਿਵ ਕੀ ਹੋਏਗਾ 1/1 + x² ਤੇ 1 + x² ਦਾ ਫਿਰ ਡਿਫਰੈਂਸ਼ੀਏਸ਼ਨ ਹੋਏਗਾ 2x ਤੇ ਨਾਲ x, ਹੈ ਨਾ। ਇਹ ਹੋ ਜਾਊਗਾ 2x², 2 ਨੂੰ ਅਸੀਂ ਬਾਹਰ ਕੱਢ ਲਈਏ, ਠੀਕ ਹੈ। ਹੁਣ ਇਸੇ ਤਰ੍ਹਾਂ ਫਿਰ ਉੱਤੇ ਥੱਲੇ ਡਿਗਰੀ ਬਰਾਬਰ ਹੈ, ਦੇਖੋ ਤਾਂ ਇਹਨੂੰ ਅਸੀਂ ਕਿਵੇਂ ਕਰਾਂਗੇ ਪਲੱਸ ਕਰਤਾ 1 ਤੇ ਮਾਈਨਸ ਕਰਤਾ 1 ਤੇ ਪਲੱਸ ਮਾਈਨਸ 1 ਕਰਕੇ ਅਲੱਗ-ਅਲੱਗ ਕਰ ਲਿਆ, ਆ ਬਣ ਗਿਆ 1, ਆ ਬਣ ਗਿਆ 1/this, ਠੀਕ ਹੈ ਨਾ। ਇਹ ਪਹਿਲਾਂ ਵੀ ਕਰਕੇ ਆਏ ਆਪਾਂ ਤਾਂ ਉੱਪਰ ਬਾਹਰ ਚੱਲੇ ਜਾਂਦਾ ਸੀ। ਇਹਦਾ ਇੰਟੀਗ੍ਰੇਸ਼ਨ x ਹੋ ਗਿਆ, ਆ tan ਦਾ ਫਾਰਮੂਲਾ tan ਇਨਵਰਸ x ਆ ਗਿਆ, 2 ਨਾਲ ਅੰਦਰ ਮਲਟੀਪਲਾਈ ਕਰਤਾ ਸਾਡਾ ਆਨਸਰ ਆ ਗਿਆ।